ਪਿਆਰੇ ਦਰਸ਼ਕੋ, ਪ੍ਰਭੂ ਯਿਸੂ ਮਸੀਹ ਜੀ ਦੇ ਮਿੱਠੇ ਨਾਮ ਵਿੱਚ ਤੁਹਾਡਾ ਸਭਨਾਂ ਦਾ ਸਵਾਗਤ ਹੈ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਆਤਮਿਕ ਯੁੱਧ ਦੇ ਵਿਸ਼ੇ ਦੇ ਉੱਤੇ ਲੜੀਵਾਰ ਅਧਿਐਨ ਕਰਦੇ ਆ ਰਹੇ ਹਾਂ। ਅਸੀਂ ਇਹ ਸਿੱਖਿਆ ਪਰਮੇਸ਼ਰ ਦੇ ਸੇਵਕ ਡਾਕਟਰ ਡੇਵਿਡ ਯਰਮਾਇਆ ਦੇ ਕੋਲੋਂ ਲੈ ਰਹੇ ਹਾਂ, ਜਿਨ੍ਹਾਂ ਨੂੰ ਪਰਮੇਸ਼ਰ ਦੇ ਵਚਨ ਦੀ ਸੇਵਾ ਦੇਣ ਦਾ ਕਈ ਦਸ਼ਕਾਂ ਦਾ ਅਨੁਭਵ ਹੈ। ਉਹਨਾਂ ਤੋਂ ਪਰਮੇਸ਼ਰ ਦੇ ਵਚਨ ਦੀ ਸਿੱਖਿਆ ਲੈਣਾ ਸਾਡੇ ਸਾਰਿਆਂ ਦੇ ਲਈ ਬਹੁਤ ਮਾਣ ਦੀ ਗੱਲ ਹੈ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਦੇ ਬਾਰੇ ਵਿਸਥਾਰ ਨਾਲ ਗੱਲਬਾਤ ਕਰ ਰਹੇ ਸੀ। ਆਓ ਅਸੀਂ ਜੋ ਕੁਝ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਸਿੱਖਿਆ ਉਸ ਦੇ ਕੁਝ ਅੰਸ਼ਾਂ ਦੇ ਉੱਤੇ ਦੁਬਾਰਾ ਝਾਤੀ ਮਾਰ ਲੈਂਦੇ ਹਾਂ। ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਇਸ ਗੱਲ ਨੂੰ ਸਮਝਿਆ ਕਿ ਜੇਕਰ ਸਾਡੇ ਕੋਲ ਯੁੱਧ ਦੇ ਮੈਦਾਨ ਦੇ ਵਿੱਚ ਜਾਣ ਦੇ ਲਈ ਮਿਲਾਪ ਦੀ ਖੁਸ਼ਖਬਰੀ ਦੀ ਜੁੱਤੀ ਨਹੀਂ ਹੈ ਤਾਂ ਅਸੀਂ ਯੁੱਧ ਦੇ ਮੈਦਾਨ ਦੇ ਵਿੱਚ ਜਾਣ ਦੇ ਯੋਗ ਨਹੀਂ ਹਾਂ। ਸਾਨੂੰ ਪਰਮੇਸ਼ਰ ਤੋਂ ਮਿਲਾਪ ਦੀ ਖੁਸ਼ਖਬਰੀ ਦੀ ਜੁੱਤੀ ਦੀ ਮੰਗ ਕਰਨੀ ਚਾਹੀਦੀ ਹੈ। ਅਸੀਂ ਸਿੱਖਿਆ ਕਿ ਅਸੀਂ ਕਿਸ ਤਰ੍ਹਾਂ ਇਸ ਜੁੱਤੀ ਨੂੰ ਹਾਸਿਲ ਕਰ ਸਕਦੇ ਹਾਂ। ਇਸ ਦੇ ਲਈ ਅਸੀਂ ਕੁਝ ਗੱਲਾਂ ਦੇ ਉੱਤੇ ਗੌਰ ਕੀਤਾ ਸੀ ਕਿ ਕਿਵੇਂ ਅਸੀਂ ਮਿਲਾਪ ਦੀ ਖੁਸ਼ਖਬਰੀ ਦੀ ਜੁੱਤੀ ਦੀ ਮੰਗ ਕਰ ਸਕਦੇ ਹਾਂ। ਪਹਿਲੀ ਗੱਲ ਜਿਹੜੀ ਅਸੀਂ ਸਿੱਖੀ ਸੀ ਉਹ ਸੀ ਮਿਲਾਪ ਦੇ ਲੇਖਕ ਨੂੰ ਮਿਲਣਾ। ਅਸੀਂ ਜੁੱਤੀ ਦੀ ਮੰਗ ਦੀ ਸ਼ੁਰੂਆਤ ਸ਼ਾਂਤੀ ਦੇ ਲੇਖਕ ਨੂੰ ਮਿਲਣ ਦੇ ਦੁਆਰਾ ਕਰਦੇ ਹਾਂ। ਜਦੋਂ ਤੱਕ ਅਸੀਂ ਪ੍ਰਭੂ ਯਿਸੂ ਜੀ ਦੇ ਨਾਲ ਮੇਲ ਮਿਲਾਪ ਨਹੀਂ ਕਰਦੇ ਤਾਂ ਅਸੀਂ ਮੇਲ ਮਿਲਾਪ ਦੀ ਜੁੱਤੀ ਨੂੰ ਵੀ ਨਹੀਂ ਪਾ ਸਕਦੇ। ਦੂਜੀ ਗੱਲ ਜੋ ਅਸੀਂ ਸਿੱਖੀ ਸੀ ਉਹ ਸੀ ਸ਼ਾਂਤੀ ਦੇ ਰਾਜਕੁਮਾਰ ਦੇ ਉੱਤੇ ਧਿਆਨ ਦੇਣਾ। ਇਸ ਤੋਂ ਬਾਅਦ ਅਸੀਂ ਤੀਜੀ ਗੱਲ ਜੋ ਸਿੱਖੀ ਸੀ ਉਹ ਸੀ ਖੁਸ਼ਖਬਰੀ ਦੀ ਜੁੱਤੀ ਹਾਸਿਲ ਕਰਨ ਲਈ ਆਪਣੇ ਜੀਵਨ ਦੇ ਵਿੱਚ ਸ਼ਾਂਤੀ ਦੇ ਆਤਮਾ ਨੂੰ ਪ੍ਰਗਟ ਕਰਨਾ। ਬਾਈਬਲ ਬਾਣੀ ਦੇ ਅਨੁਸਾਰ ਅਸੀਂ ਪਰਮੇਸ਼ਰ ਦੇ ਆਤਮਾ ਦੇ ਦੁਆਰਾ ਨਿਯੰਤਰਿਤ ਕੀਤੇ ਜਾਂਦੇ ਹਾਂ। ਦੋਸਤੋ, ਹੁਣ ਅੱਗੇ ਵੇਖਦੇ ਹਾਂ ਕਿ ਅਸੀਂ ਮਿਲਾਪ ਦੀ ਜੁੱਤੀ ਨੂੰ ਕਿਵੇਂ ਹਾਸਿਲ ਕਰ ਸਕਦੇ ਹਾਂ। ਇਸ ਦੇ ਲਈ ਅਸੀਂ ਸ਼ਾਂਤੀ ਦੇ ਵਚਨਾਂ ਦੇ ਉੱਤੇ ਧਿਆਨ ਕਰਨ ਅਤੇ ਉਹਨਾਂ ਵਚਨਾਂ ਨੂੰ ਯਾਦ ਕਰਨ ਤੋਂ ਸ਼ੁਰੂ ਕਰਾਂਗੇ। ਸੋ ਦੋਸਤੋ, ਆਓ ਬਿਨਾਂ ਹੋਰ ਸਮਾਂ ਗਵਾਏ ਅੱਜ ਦੇ ਅਧਿਐਨ ਨੂੰ ਸ਼ੁਰੂ ਕਰਦੇ ਹਾਂ ਡਾਕਟਰ ਡੇਵਿਡ ਯਰਮਾਇਆ ਦੇ ਨਾਲ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਉਸ ਦੇ ਵਾਅਦੇ ਸਾਰੇ ਪੂਰੇ ਹੋ ਰਹੇ ਨੇ, ਤਿਆਰ ਹੋ ਜਾ। ਉਸ ਦੇ ਵਾਅਦੇ ਸਾਰੇ ਪੂਰੇ ਹੋ ਰਹੇ ਨੇ, ਤਿਆਰ ਹੋ ਜਾ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਲੜਾਈਆਂ ਅਕਾਲ ਤੇ ਭੂਚਾਲ ਨਾਲ ਕਈ ਬਿਮਾਰੀਆਂ ਨਾਲ ਨਾਸ਼ ਹੋ ਰਹੇ ਨੇ। ਲੜਾਈਆਂ ਅਕਾਲ ਤੇ ਭੂਚਾਲ ਨਾਲ ਕਈ ਬਿਮਾਰੀਆਂ ਨਾਲ ਨਾਸ਼ ਹੋ ਰਹੇ ਨੇ। ਰਾਜੇ ਰਾਜਿਆਂ ਦੇ ਵਿਰੁੱਧ ਖੜੇ ਹੋ ਰਹੇ ਨੇ, ਤਿਆਰ ਹੋ ਜਾ। ਰਾਜੇ ਰਾਜਿਆਂ ਦੇ ਵਿਰੁੱਧ ਖੜੇ ਹੋ ਰਹੇ ਨੇ, ਤਿਆਰ ਹੋ ਜਾ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। पाप दे कारण प्रीत ठंडी पै जाएगी, कई सेवक भी नहीं जा तो फिर जावन
सिद्ध हो के रहो, प्यारे यीशु दे आउण विच देर नहीं। पवित्रता विच सिद्ध हो के रहो, प्यारे यीशु दे आउण विच देर नहीं। तेरा अध्याय उसकी 20 ਐਤ ਵਿੱਚ ਇਸ ਤਰ੍ਹਾਂ ਲਿਖਿਆ ਹੈ, ਹੁਣ ਸ਼ਾਂਤੀ ਦਾਤਾ ਪਰਮੇਸ਼ਰ ਜਿਹੜਾ ਭੇਡਾਂ ਦੇ ਵੱਡੇ ਇਆਲੀ ਅਰਥਾਤ ਸਾਡੇ ਪ੍ਰਭੂ ਯਿਸੂ ਨੂੰ ਸੰਦੀਪਕ ਨੇਮ ਦੇ ਲਹੂ ਨਾਲ ਮੁਰਦਿਆਂ ਵਿੱਚੋਂ ਉਠਾ ਲਿਆ, ਸ਼ਾਂਤੀ ਦਾ ਪਰਮੇਸ਼ਰ। ਫਿਲਿੱਪੀਆਂ ਦੀ ਪੱਤਰੀ 4 ਅਧਿਆਏ 9 ਐਤ ਦੇ ਵਚਨ ਆਖਦੇ ਹਨ, ਸ਼ਾਂਤੀ ਦਾ ਪਰਮੇਸ਼ਰ ਤੁਹਾਡੇ ਨਾਲ ਹੋਵੇਗਾ। ਪਹਿਲਾ ਤੁਸਨਿਲਿਕੀਆਂ ਦੀ ਪੱਤਰੀ 5 ਅਧਿਆਏ ਉਸ ਦੀ 23 ਐਤ ਇਸ ਤਰ੍ਹਾਂ ਦੱਸਦੀ ਹੈ, ਸ਼ਾਂਤੀ ਦਾ ਪਰਮੇਸ਼ਰ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇਗਾ। ਦੂਸਰਾ ਤੁਸਨਿਲਿਕੀਆ 3 ਅਧਿਆਏ 16 ਵਚਨ ਆਖਦੇ ਹਨ, ਹੁਣ ਸ਼ਾਂਤੀ ਦਾਤਾ ਪ੍ਰਭੂ ਆਪ ਤੁਹਾਨੂੰ ਹਰ ਵੇਲੇ ਹਰ ਪ੍ਰਕਾਰ ਨਾਲ ਸ਼ਾਂਤੀ ਦੇਵੇ। ਪ੍ਰਭੂ ਤੁਸਾਂ ਸਭਨਾਂ ਦੇ ਅੰਗ ਸੰਗ ਹੋਵੇ। ਆਪ ਆਪਣੀ ਜੁੱਤੀ ਦੇ ਸੰਗ ਕਿੱਥੋਂ ਆਰੰਭ ਕਰਦੇ ਹੋ? ਜੀ ਹਾਂ, ਆਪ ਇਸ ਦਾ ਆਰੰਭ ਸ਼ਾਂਤੀ ਦੇ ਲੇਖਕ ਨੂੰ ਮਿਲਦੇ ਦੁਆਰਾ ਕਰਦੇ ਹੋ। ਮੈਂ ਆਪ ਨੂੰ ਦੱਸ ਦੇਵਾਂ ਕਿ ਜਦੋਂ ਪਰਮੇਸ਼ਰ ਨੇ ਸਾਡੇ ਲਈ ਯੁੱਧ ਦੇ ਔਜ਼ਾਰ ਨੂੰ ਭੇਜਿਆ ਸੀ, ਤਦ ਇਸ ਤੋਂ ਪਹਿਲਾਂ ਆਪਣੇ ਆਪ ਨੂੰ ਉਪਲਬਧ ਬਣਾਇਆ ਸੀ। ਉਹੀ ਹੈ ਜਿਸ ਨੂੰ ਸ਼ਾਂਤੀ ਪ੍ਰਾਪਤ ਕਰਨ ਲਈ ਆਪ ਨੂੰ ਜਾਣਨਾ ਪੈਣਾ ਹੈ। ਆਪ ਆਖਦੇ ਹੋ ਮੈਂ ਤਾਂ ਪਰਮੇਸ਼ਰ ਨਾਲ ਨਿਰਾਸ਼ ਨਹੀਂ ਹਾਂ। ਇੱਥੇ ਉਹ ਇਸ ਗੱਲ ਦੇ ਬਾਰੇ ਗੱਲ ਨਹੀਂ ਕਰ ਰਿਹਾ। ਉਹ ਆਖ ਰਿਹਾ ਹੈ ਕਿ ਆਪ ਦਾ ਜੀਵਨ ਅਤੇ ਪਰਮੇਸ਼ਰ ਦਾ ਜੀਵਨ ਇੱਕ ਦੂਸਰੇ ਦੇ ਵਿਰੁੱਧ ਹਨ। ਆਪ ਜਾਂ ਤਾਂ ਕਿਰਿਆਤਮਿਕ ਤੌਰ ਤੇ ਜਾਂ ਫਿਰ ਨਮਾਤਿਕ ਤੌਰ ਤੇ ਆਪਣੇ ਆਪ ਨੂੰ ਪਰਮੇਸ਼ਰ ਦੇ ਚਿਹਰੇ ਦੇ ਵਿੱਚ ਟਿਕਾ ਰਹੇ ਹੋ ਅਤੇ ਆਖ ਰਹੇ ਹੋ ਮੈਂ ਇਹ ਸਭ ਆਪਣੇ ਤਰੀਕੇ ਨਾਲ ਕਰਾਂਗਾ। ਪਰਮੇਸ਼ਰ ਨੇ ਇਹ ਪਹਿਲਾਂ ਹੀ ਤੁਹਾਡੇ ਲਈ ਕਰ ਦਿੱਤਾ ਹੈ। ਉਸ ਨੇ ਮਸੀਹ ਨੂੰ ਇਸ ਜਗਤ ਦੇ ਵਿੱਚ ਤੁਹਾਡੇ ਮੁਕਤੀਦਾਤਾ ਹੋਣ ਵਜੋਂ ਭੇਜਿਆ ਸੀ ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਉਸ ਨੂੰ ਜਾਣੋ ਕਿ ਉਹ ਸ਼ਾਂਤੀ ਦਾ ਪਰਮੇਸ਼ਰ ਹੈ। ਉਹ ਆਵੇਗਾ ਅਤੇ ਆਪ ਪਰਮੇਸ਼ਰ ਦੀ ਸ਼ਾਂਤੀ ਨੂੰ ਪਾਓਗੇ। ਇਸ ਕਰਕੇ ਨੇਚਾ ਦੁਆਰਾ ਧਰਮੀ ਠਹਿਰਾਏ ਜਾਣ ਦੇ ਦੁਆਰਾ ਅਸੀਂ ਪਰਮੇਸ਼ਰ ਦੇ ਨਾਲ ਮੇਲ ਰੱਖਦੇ ਹਾਂ। ਜਦੋਂ ਆਪ ਮਸੀਹ ਨੂੰ ਨਿੱਜੀ ਤੌਰ ਤੇ ਜਾਣ ਲੈਂਦੇ ਹੋ ਤਦ ਆਪ ਸਮਝ ਲੈਂਦੇ ਹੋ ਕਿ ਪਰਮੇਸ਼ਰ ਦੇ ਨਾਲ ਮੇਲ ਰੱਖਣ ਦਾ ਅਰਥ ਕੀ ਹੁੰਦਾ ਹੈ। ਜੇਕਰ ਆਪ ਨਹੀਂ ਜਾਣਦੇ ਤਦ ਇਹੋ ਹੀ ਹੈ ਉਹ ਸਥਾਨ ਜਿੱਥੇ ਆਪ ਆਰੰਭ ਕਰਨਾ ਪੈਣਾ ਹੈ। ਜਦੋਂ ਆਪ ਮਸੀਹ ਨੂੰ ਨਹੀਂ ਜਾਣਦੇ ਆਪ ਮੇਲ ਦੀ ਜੁੱਤੀ ਨੂੰ ਨਹੀਂ ਪਹਿਨ ਸਕਦੇ। ਐੜਾ ਭਾਗ ਸ਼ਾਂਤੀ ਦੇ ਰਾਜਕੁਮਾਰ ਉੱਤੇ ਧਿਆਨ ਕਰੋ। ਸ਼ਾਂਤੀ ਦੇ ਲੇਖਕ ਨੂੰ ਮਿਲ ਲੈਣ ਤੋਂ ਬਾਅਦ ਆਪ ਨੂੰ ਜ਼ਰੂਰਤ ਹੈ ਸ਼ਾਂਤੀ ਦੇ ਰਾਜਕੁਮਾਰ ਉੱਤੇ ਧਿਆਨ ਕਰਨ ਦੀ। ਮੈਂ ਇਹ ਕਿੱਥੋਂ ਫਲ ਪਾਉਂਦਾ ਹਾਂ? ਇਹ ਯਸ਼ਾਇਆ ਨਬੀ ਦੀ ਪੁਸਤਕ 26 ਅਧਿਆਏ ਉਸ ਦੀ 3 ਐਤ ਵਿੱਚ ਇਸ ਨੂੰ ਧਿਆਨ ਨਾਲ ਸੁਣੋ। ਬਾਣੀ ਦਾ ਇਹ ਭਾਗ ਠੀਕ ਇਸੇ ਤਰ੍ਹਾਂ ਆਖਦਾ ਹੈ, ਜਿਹੜਾ ਤੇਰੇ ਵਿੱਚ ਲਵਲੀਨ ਹੈ ਤੂੰ ਉਹਦੀ ਪੂਰੀ ਸ਼ਾਂਤੀ ਨਾਲ ਰਾਖੀ ਕਰਦਾ ਹੈ, ਇਸ ਲਈ ਭਾਈ ਉਹਦਾ ਭਰੋਸਾ ਤੇਰੇ ਉੱਤੇ ਹੈ। ਸ਼ਬਦਕ ਤੁਰੇਤੇ ਵਿੱਚ ਇਸ ਤਰ੍ਹਾਂ ਆਖਦੇ ਹਨ, ਇਹ ਤਾਂ ਇੱਕ ਦੋਹਰੀ ਇਬਰਾਨੀ ਸੰਚਰਨ ਹੈ। ਇਹ ਆਖਦੀ ਆ ਤੂੰ ਇਸ ਨੂੰ ਪੂਰੀ ਸ਼ਾਂਤੀ ਵਿੱਚ ਰੱਖੇਗਾ ਜਿਸ ਦਾ ਮਨ ਤੇਰੇ ਉੱਤੇ ਟਿਕਿਆ ਹੋਇਆ ਹੈ। ਆਪ ਆਪਣੀ ਸ਼ਖਸੀਅਤ ਨੂੰ ਦੇ ਅੰਦਰੂਨੀ ਭਾਗ ਵਿੱਚ ਉਸ ਸ਼ਾਂਤੀ ਨੂੰ ਕਿਵੇਂ ਪਾਉਂਦੇ ਹੋ ਜਿਸ ਨੂੰ ਬਾਈਬਲ ਬਾਣੀ ਖੁਸ਼ਖਬਰੀ ਦੀ ਜੁੱਤੀ ਵਜੋਂ ਬਿਆਨ ਕਰਦੀ ਹੈ। ਆਪ ਇਸ ਨੂੰ ਮਸੀਹ ਦੇ ਜਾਣਨ ਦੇ ਦੁਆਰਾ ਅਤੇ ਉਸ ਉੱਤੇ ਧਿਆਨ ਕਰਨ ਦੇ ਦੁਆਰਾ ਹਾਸਲ ਕਰਦੇ ਹੋ। ਬਾਈਬਲ ਆਖਦੀ ਹੈ ਤੂੰ ਉਸ ਨੂੰ ਪੂਰੀ ਸ਼ਾਂਤੀ ਵਿੱਚ ਰੱਖੇਗਾ ਜਿਸ ਦਾ ਮਨ ਤੇਰੇ ਉੱਤੇ ਟਿਕਿਆ ਹੋਇਆ ਹੈ। ਮਸੀਹ ਨੂੰ ਜਾਣੋ ਅਤੇ ਉਸ ਉੱਤੇ ਧਿਆਨ ਕਰੋ। ਈੜੀ ਭਾਗ ਆਪਣੇ ਜੀਵਨ ਵਿੱਚ ਸ਼ਾਂਤੀ ਦੇ ਆਤਮਾ ਨੂੰ ਪ੍ਰਗਟ ਕਰੋ। ਆਪ ਨੂੰ ਆਪਣੇ ਜੀਵਨ ਦੇ ਵਿੱਚ ਸ਼ਾਂਤੀ ਦੀ ਆਤਮਾ ਨੂੰ ਪ੍ਰਗਟ ਕਰਨ ਦੀ ਜ਼ਰੂਰਤ ਹੈ। ਆਪ ਆਖਦੇ ਹੋ ਪਾਸਵਾਨ ਜ਼ਰਮੀਆ ਮੈਂ ਇਹ ਸਭ ਕਿਵੇਂ ਕਰਦਾ ਹਾਂ? ਜੀ ਹਾਂ, ਬਾਈਬਲ ਆਖਦੀ ਹੈ ਕਿ ਆਪ ਦੇ ਜੀਵਨ ਨੂੰ ਕੰਟਰੋਲ ਵਿੱਚ ਰੱਖਦਿਆਂ ਪਰਮੇਸ਼ਰ ਦਾ ਆਤਮਾ ਦੇ ਜ਼ਾਹਿਰ ਨਤੀਜਿਆਂ ਵਿੱਚੋਂ ਇੱਕ ਉਹ ਸ਼ਾਂਤੀ ਹੈ। ਇਹ ਆਤਮਾ ਦਾ ਫਲ ਹੈ। ਆਤਮਾ ਦਾ ਫਲ ਪ੍ਰੇਮ, ਆਨੰਦ ਅਤੇ ਸ਼ਾਂਤੀ ਹੈ। ਮੈਂ ਕਿਵੇਂ ਆਖ ਸਕਦਾ ਹਾਂ ਕਿ ਮੈਂ ਪਰਮੇਸ਼ਰ ਦੇ ਆਤਮਾ ਦੇ ਦੁਆਰਾ ਨਿਯੰਤਰਿਤ ਕੀਤਾ ਗਿਆ ਹਾਂ? ਜੀ ਹਾਂ, ਮੈਂ ਇੱਕ ਤਰੀਕੇ ਨਾਲ ਇਹ ਦੱਸ ਸਕਦਾ ਹਾਂ। ਆਪ ਨੇ ਮੇਰੇ ਅੰਦਰ ਸ਼ਾਂਤੀ ਦੀ ਭਾਵਨਾ ਨੂੰ ਜਾਣਿਆ ਹੈ ਜਦੋਂ ਕਿ ਮੇਰੇ ਸਾਰੇ ਪਾਸੇ ਉਥਲ ਪੁਥਲ ਹੋ ਗਏ ਹਨ। ਮੈਂ ਕਿਵੇਂ ਜਾਣਦਾ ਹਾਂ ਕਿ ਪਰਮੇਸ਼ਰ ਦਾ ਆਤਮਾ ਕਿਸ ਤਰੀਕੇ ਨਾਲ ਮੈਨੂੰ ਨਿਰੰਤਰ ਕਰ ਰਿਹਾ ਹੈ? ਕਿਉਂਕਿ ਪਰਮੇਸ਼ਰ ਦੇ ਆਤਮਾ ਦਾ ਫਲ ਮੇਰੇ ਜੀਵਨ ਦੇ ਅੰਦਰ ਹੈ। ਭਾਵ ਉਹ ਨਿਰੰਤਰ ਵਿੱਚ ਹੈ। ਉਹ ਇਸ ਕਰਕੇ ਹੈ ਕਿਉਂਕਿ ਉਹ ਮੈਨੂੰ ਸ਼ਾਂਤੀ ਦੇਣ ਜਾ ਰਿਹਾ ਹੈ। ਉਹ ਮੇਰੇ ਜੀਵਨ ਦੇ ਅੰਦਰ ਸ਼ਾਂਤੀ ਨੂੰ ਪ੍ਰਗਟ ਕਰਨ ਜਾ ਰਿਹਾ ਹੈ। ਅਸੀਂ ਆਪਣੇ ਜੀਵਨ ਦੇ ਅੰਦਰ ਆਤਮਾ ਦੇ ਨਿਯੰਤਰਣ ਨੂੰ ਕਿਵੇਂ ਰੱਖਦੇ ਹਾਂ? ਅਸੀਂ ਇਸ ਬਾਰੇ ਬਹੁਤ ਵਾਰ ਗੱਲ ਕਰ ਚੁੱਕੇ ਹਾਂ। ਇਹ ਕਠਨ ਨਹੀਂ ਹੈ। ਇਹ ਪਹੁੰਚ ਤੋਂ ਬਾਹਰ ਨਹੀਂ ਹੈ। ਇਹ ਮਸਤੀ ਦਾ ਇੱਕ ਪਲ ਦੇ ਵਿੱਚ ਨਹੀਂ ਹੈ।
ਇਹ ਕੋਈ ਭਾਵੁਕ ਅਨੁਭਵ ਨਹੀਂ ਹੈ। ਪਰਮੇਸ਼ਵਰ ਦਾ ਆਤਮਾ ਸਾਡੇ ਜੀਵਨ ਨੂੰ ਉਸੇ ਤਰ੍ਹਾਂ ਨਿਯੰਤਰਣ ਵਿੱਚ ਰੱਖਦਾ ਹੈ ਕਿ ਪ੍ਰਭੂ ਯੀਸ਼ੂ ਮਸੀਹ ਸਾਡੇ ਜੀਵਨ ਦੇ ਅੰਦਰ ਜਿਉਣ ਦੇ ਲਈ ਆਉਂਦਾ ਹੈ, ਸਾਡੇ ਵਿਸ਼ਵਾਸ ਅਤੇ ਸੱਚਾਈ ਦੇ ਅਨੁਭਵ ਦੇ ਆਧਾਰ ਤੇ। ਸਾਨੂੰ ਹਰ ਰੋਜ਼ ਇਹ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਹੇ ਪਰਮੇਸ਼ਰ ਦੇ ਆਤਮਾ, ਮੇਰੇ ਜੀਵਨ ਨੂੰ ਆਪਣੇ ਨਿਯੰਤਰਣ ਵਿੱਚ ਰੱਖ, ਮੈਨੂੰ ਪਾਪ ਤੋਂ ਸ਼ੁੱਧ ਕਰ। ਮੈਂ ਆਪਣੇ ਪਾਪ ਨੂੰ ਪਰੇ ਕਰਦਾ ਹਾਂ, ਮੈਂ ਇਸ ਦਾ ਇਕਰਾਰ ਕਰਦਾ ਹਾਂ ਅਤੇ ਹੁਣ ਹੇ ਪਰਮੇਸ਼ਰ ਦੇ ਆਤਮਾ, ਤੂੰ ਮੇਰੇ ਜੀਵਨ ਨੂੰ ਨਿਯੰਤਰਣ ਵਿੱਚ ਕਰ। ਤੂੰ ਮੇਰੇ ਜੀਵਨ ਦੇ ਵਿੱਚ ਆਪਣਾ ਵਾਸ ਕਰ, ਮੇਰੇ ਜੀਵਨ ਦੇ ਸਿਆਸਨ ਉੱਤੇ ਬੈਠ ਅਤੇ ਤੂੰ ਸਿਰਫ ਇੱਥੇ ਵਸਣ ਵਾਲਾ ਹੀ ਨਾ ਹੋਵੇ ਬਲਕਿ ਤੂੰ ਪ੍ਰਧਾਨ ਬਣ ਅਤੇ ਉਸ ਉੱਤੇ ਨਿਰੰਤਰ ਕਰ। ਜੋ ਕੁਝ ਮੈਂ ਕਰਦਾ ਹਾਂ, ਮੈਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਆਪ ਦੇ ਹੱਥ ਵਿੱਚ ਦਿੰਦਾ ਹਾਂ। ਆਪ ਆਖਦੇ ਹੋ, ਆਪ ਇਹ ਸਭ ਕਿੰਨੀ ਵਾਰ ਕਰਦੇ ਹੋ? ਮੈਂ ਡਾਕਟਰ ਲਿਹਾਏ ਨੂੰ ਇਹ ਆਖਦੇ ਸੁਣਿਆ, ਜਿੰਨੀ ਵਾਰ ਆਪ ਨੂੰ ਜ਼ਰੂਰਤ ਹੋਵੇ, ਜਦੋਂ ਤੱਕ ਆਪ ਇਸ ਨੂੰ ਸਥਿਰ ਨਾ ਕਰ ਲਵੋ। ਕਦੇ ਕਦੇ ਆਪ ਆਪਣੇ ਜੀਵਨ ਦਾ ਨਿਯੰਤਰਣ ਪਰਮੇਸ਼ਰ ਦੇ ਆਤਮਾ ਨੂੰ ਦਿੰਦੇ ਹੋ ਅਤੇ ਫਿਰ ਉਹ ਪੁਰਾਣੇ ਡਰ ਆਉਣਾ ਆਰੰਭ ਕਰਦੇ ਹਨ ਅਤੇ ਫਿਰ ਆਪ ਆਪਣੇ ਸਿਰ ਨੂੰ ਝੁਕਾ ਕੇ ਆਖਦੇ ਹੋ, ਹੇ ਪ੍ਰਭੂ, ਮੈਂ ਇਸ ਨੂੰ ਇਸ ਤਰ੍ਹਾਂ ਨਹੀਂ ਚਾਹੁੰਦਾ। ਮੈਂ ਜਾਣਦਾ ਹਾਂ ਕਿ ਮੇਰੇ ਲਈ ਤੇਰੇ ਉੱਤੇ ਭਰੋਸਾ ਨਾ ਕਰਨਾ ਮੇਰੇ ਲਈ ਪਾਪ ਹੈ। ਇਸ ਕਰਕੇ ਮੈਂ ਆਪਣੇ ਪਾਪ ਦਾ ਇਕਰਾਰ ਕਰਦਾ ਹਾਂ। ਹੁਣ ਪਰਮੇਸ਼ਰ ਦਾ ਆਤਮਾ, ਸ਼ਾਂਤੀ ਦਾ ਆਤਮਾ, ਹੇ ਪਰਮੇਸ਼ਰ ਦੇ ਆਤਮਾ, ਸ਼ਾਂਤੀ ਦੇ ਆਤਮਾ, ਤੂੰ ਦੁਆਰਾ ਫਿਰ ਨਿਯੰਤਰ ਕਰ। ਆਪ ਆਖਦੇ ਹੋ, ਜੀ ਹਾਂ, ਕਿੰਨੀ ਵਾਰ? ਜੀ ਹਾਂ, ਹੋ ਸਕਦਾ ਹੈ ਆਪ ਨੂੰ ਪਹਿਲੇ ਦਿਨ ਇਹ 20 ਵਾਰ ਕਰਨਾ ਪਵੇ। ਕੀ ਬੀਤਦਾ ਹੈ ਕਿ ਆਪ ਪਰਮੇਸ਼ਰ ਦੇ ਆਤਮਾ ਦੇ ਨਿਯੰਤਰਣ ਦੇ ਅਧੀਨ ਆਪਣੇ ਜੀਵਨ ਨੂੰ ਕਿਵੇਂ ਦੇਣਾ ਹੈ, ਇਸ ਨੂੰ ਸਿੱਖਦੇ ਹੋ। ਥੋੜਾ ਥੋੜਾ ਕਰਕੇ ਉਹ ਇਸ ਉੱਤੇ ਨਿਯੰਤਰਣ ਕਰਦਾ ਹੈ ਅਤੇ ਉਹ ਸ਼ਾਂਤੀ ਦੀ ਭਾਵਨਾ ਤੁਹਾਡੇ ਅੰਦਰ ਰਾਜ ਕਰਨ ਲਈ ਆਉਂਦੀ ਹੈ। ਆਪ ਮਿਲਾਪ ਦੀ ਜੁੱਤੀ ਨੂੰ ਸਿਰਫ ਸ਼ਾਂਤੀ ਦੇ ਲੇਖਕ ਨੂੰ ਮਿਲ ਕੇ ਹੀ ਨਹੀਂ ਪਾਉਂਦੇ ਅਤੇ ਨਾ ਸਿਰਫ ਸ਼ਾਂਤੀ ਦੇ ਰਾਜਕੁਮਾਰ ਧਿਆਨ ਉੱਤੇ ਕੀਤਿਆ, ਬਲਕਿ ਸ਼ਾਂਤੀ ਦੇ ਆਤਮਾ ਨੂੰ ਪ੍ਰਗਟ ਕਰਦਿਆਂ ਵੀ। ਸੱਸਾ ਪਾਕ ਸ਼ਾਂਤੀ ਦੇ ਵਚਨਾਂ ਉੱਤੇ ਧਿਆਨ ਕਰੋ ਅਤੇ ਉਹਨਾਂ ਨੂੰ ਯਾਦ ਕਰੋ। ਮਿਲਾਪ ਦੀ ਖੁਸ਼ਖਬਰੀ ਦੀ ਜੁੱਤੀ ਨੂੰ ਸ਼ਾਂਤੀ ਦੇ ਵਚਨਾਂ ਉੱਤੇ ਧਾਨ ਕਰਦਿਆਂ ਅਤੇ ਉਹਨਾਂ ਨੂੰ ਮੂੰਹ ਜ਼ੁਬਾਨੀ ਯਾਦ ਕਰਦਿਆਂ ਪਾਉਂਦੇ ਹਾਂ। ਮੈਂ ਚੌਥੀ ਗੱਲ ਦੀ ਆਪ ਨੂੰ ਤਜਵੀਜ਼ ਦਿੰਦਾ ਹਾਂ, ਸ਼ਾਇਦ ਇਹ ਸਭ ਤੋਂ ਵੱਧ ਸਪਸ਼ਟ ਕੰਮ ਹੈ ਜਿਸ ਨੂੰ ਆਪ ਕਰ ਸਕਦੇ ਹੋ। ਇਹ ਬਹੁਤ ਹੀ ਮਹੱਤਵਪੂਰਨ ਹੈ ਅਤੇ ਅਸੀਂ ਇਸ ਨੂੰ ਇਸ ਕਰਕੇ ਛੱਡ ਦਿੰਦੇ ਹਾਂ ਕਿਉਂਕਿ ਇਹ ਇੰਨਾ ਮਹਾਨ ਹੈ ਅਤੇ ਅਸੀਂ ਇਸ ਨੂੰ ਬਹੁਤ ਵਾਰ ਸੁਣ ਚੁੱਕੇ ਹਾਂ। ਅਸੀਂ ਮਿਲਾਪ ਦੀ ਖੁਸ਼ਖਬਰੀ ਦੀ ਜੁੱਤੀ ਨੂੰ ਸ਼ਾਂਤੀ ਦੇ ਵਚਨਾਂ ਦੇ ਉੱਤੇ ਧਿਆਨ ਕਰਨ ਦੇ ਦੁਆਰਾ ਅਤੇ ਮੂੰਹ ਜ਼ੁਬਾਨੀ ਯਾਦ ਕਰਨ ਦੇ ਦੁਆਰਾ ਪਾਉਂਦੇ ਹਾਂ। ਅਸੀਂ ਇਸ ਵਚਨ ਨੂੰ ਪਹਿਲਾਂ ਹੀ ਸੁਣ ਚੁੱਕੇ ਹਾਂ, ਪਰ ਇਸ ਨੂੰ ਲਿਖ ਲਵੋ ਅਤੇ ਧਿਆਨ ਨਾਲ ਸੁਣੋ ਅਤੇ ਜੇਕਰ ਆਪ ਨੇ ਇਸ ਨੂੰ ਯਾਦ ਨਹੀਂ ਕੀਤਾ ਤਦ ਇਸ ਨੂੰ ਯਾਦ ਕਰੋ। ਜ਼ਬੂਰ 119 ਉਸ ਦੀ 165 ਐਤ ਦੇ ਵਚਨ ਹਨ, ਤੇਰੀ ਵਿਵਸਥਾ ਦੇ ਪ੍ਰੇਮੀਆਂ ਨੂੰ ਵੱਡਾ ਚੈਨ ਹੈ ਅਤੇ ਉਹਨਾਂ ਨੂੰ ਕੋਈ ਠੋਕਰ ਨਹੀਂ ਲੱਗਦੀ। ਇੱਕ ਬਹੁਤ ਹੀ ਵੱਡਾ ਵਾਅਦਾ ਹੈ, ਵੱਡੀ ਸ਼ਕਤੀ ਉਹਨਾਂ ਕੋਲ ਹੈ ਜੋ ਤੇਰੀ ਵਿਵਸਥਾ ਨੂੰ ਪਿਆਰ ਕਰਦੇ ਹਨ ਅਤੇ ਕੁਝ ਵੀ ਉਹਨਾਂ ਨੂੰ ਠੋਕਰ ਨਹੀਂ ਖਵਾਵੇਗਾ। ਇਹ ਕਿਵੇਂ ਕਾਰਜ ਕਰਦਾ ਹੈ? ਜੀ ਹਾਂ, ਇਹ ਇਸ ਤਰ੍ਹਾਂ ਕਾਰਜ ਕਰਦਾ ਹੈ, ਜਿਉਂ-ਜਿਉਂ ਆਪ ਪਰਮੇਸ਼ਰ ਦੇ ਵਚਨ ਨੂੰ ਮੂੰਹ ਜ਼ੁਬਾਨੀ ਯਾਦ ਕਰਦੇ ਹੋ ਅਤੇ ਇਸ ਉੱਤੇ ਧਿਆਨ ਕਰਦੇ ਹੋ ਅਤੇ ਫਿਰ ਆਪ ਯੁੱਧ ਦੇ ਵਿੱਚ ਜਾਂਦੇ ਹੋ ਅਤੇ ਮੁਸ਼ਕਲ ਆਰੰਭ ਹੁੰਦੀ ਹੈ ਅਤੇ ਉਥਲ-ਪੁਥਲ ਆਪ ਦੇ ਅੰਦਰ ਇਕੱਠੀ ਹੋਣ ਲੱਗਦੀ ਹੈ। ਜੇਕਰ ਆਪ ਨੇ ਪਰਮੇਸ਼ਰ ਦੀ ਬਾਣੀ ਉੱਤੇ ਧਿਆਨ ਕੀਤਾ ਹੋਵੇ ਅਤੇ ਪਰਮੇਸ਼ਰ ਦੀ ਬਾਣੀ ਨੂੰ ਮੂੰਹ ਜ਼ੁਬਾਨੀ ਯਾਦ ਕੀਤਾ ਹੋਵੇ, ਤਦ ਉਸ ਵਕਤ ਜਦੋਂ ਆਪ ਨੂੰ ਪਰਮੇਸ਼ਰ ਵੱਲੋਂ ਇੱਕ ਵਚਨ ਦੀ ਜ਼ਰੂਰਤ ਹੋਵੇ, ਤਦ ਉਹ ਉਸ ਸੱਚਾਈ ਨੂੰ ਆਪ ਦੇ ਮਨ ਦੇ ਵਿੱਚ ਦੁਬਾਰਾ ਵਾਪਸ ਲਿਆਉਂਦਾ ਹੈ ਜਿਸ ਨੂੰ ਆਪ ਨੇ ਆਪਣੇ ਦਿਲ ਦੇ ਵਿੱਚ ਰੱਖਣ ਲਈ ਸਮਰਪਿਤ ਕੀਤਾ ਹੋਵੇ ਅਤੇ ਯਾਦ ਕਰਨ ਦੇ ਲਈ। ਅਤੇ ਠੀਕ ਉਸੇ ਵਕਤ, ਉਸੇ ਪਲ ਉਹ ਐਤ ਆਪ ਦੇ ਮਨ ਦੇ ਅੰਦਰ ਇੱਕ ਸ਼ੀਸ਼ੇ ਵਾਂਗੂ ਚਮਕਦੀ ਹੈ ਅਤੇ ਉਹ ਤੁਹਾਡੇ ਅੰਦਰ ਇੱਕ ਟਿਕਾਊ ਨੂੰ ਲਿਆਉਂਦੀ ਹੈ ਜਿਸ ਨੂੰ ਆਪ ਕਿਸੇ ਹੋਰ ਸ਼ਸਤਰ ਤੋਂ ਪ੍ਰਾਪਤ ਨਹੀਂ ਕਰ ਸਕਦੇ। ਉਹਨਾਂ ਕਾਰਨਾਂ ਵਿੱਚੋਂ ਇੱਕ ਜਿਨ੍ਹਾਂ ਕਰਕੇ ਬਹੁਤ ਸਾਰੇ ਮਸੀਹੀ ਕਮਜ਼ੋਰ ਹੋ ਰਹੇ ਹਨ ਅਤੇ ਇਸ ਯੁੱਧ ਵਿੱਚ ਗਿਰ ਰਹੇ ਹਨ, ਉਹ ਇਹ ਹੈ ਕਿ ਉਹਨਾਂ ਕੋਲ ਵੀ ਨਹੀਂ ਹੈ ਜੋ ਉਸ ਉੱਤੇ ਉਹਨਾਂ ਦੇ ਸਨ ਕੰਪਿਊਟਰ ਪੁਕਾਰ ਸਕੇ। ਅਸੀਂ ਆਪਣੀ ਪ੍ਰਣਾਲੀ ਦੇ ਅੰਦਰ ਅਜਿਹਾ ਕੋਈ ਵੀ ਪ੍ਰੋਗਰਾਮ ਤਿਆਰ ਨਹੀਂ ਕੀਤਾ ਤਾਂ ਕਿ ਜਦੋਂ ਮੁਸੀਬਤ ਆਏ ਉਹ ਕੰਪਿਊਟਰ ਉਸ ਨੂੰ ਪਛਾਣੇ, ਪਰ ਅਜਿਹਾ ਤਾਂ ਕੁਝ ਵੀ ਨਹੀਂ ਹੈ ਜਿਸ ਨੂੰ ਉਹ ਪਕੜ ਸਕੇ। ਇਸ ਤਰ੍ਹਾਂ ਇਹ ਇੱਕ ਖਾਲੀ ਪੜਦਾ ਹੀ ਰਹਿ ਜਾਂਦਾ ਹੈ। ਜੇਕਰ ਆਪ ਸਮਾਂ ਖਰਚ ਕਰਨਾ ਚਾਹੁੰਦੇ ਹੋ ਜਿਸ ਦਾ ਮਹੱਤਵ ਹੋਵੇ ਉਸ ਵਿੱਚ ਨਿਵੇਸ਼ ਕਰਨਾ ਜੋ ਆਪ ਲਈ ਕੁਝ ਉਤਪਾਦਨ ਕਰ ਜਾ ਰਿਹਾ ਹੈ, ਠੀਕ ਹੋਣੇ ਹੀ, ਪਰ ਭਵਿੱਖ ਵਿੱਚ ਕਿਸੇ ਵਕਤ ਤਦ ਆਪ ਆਪਣੇ ਦਿਲ ਨੂੰ ਅਤੇ ਆਪਣੇ ਦਿਮਾਗ ਨੂੰ ਪਰਮੇਸ਼ਰ ਦੀ ਸੱਚਾਈ ਦੇ ਨਾਲ ਭਰ ਲਓ, ਇਸ ਉੱਤੇ ਧਿਆਨ ਕਰਦਿਆਂ ਅਤੇ ਇਸ ਪੁਸਤਕ ਦੀ ਸੱਚਾਈ ਨੂੰ ਆਪਣੇ ਕਬਜ਼ੇ ਵਿੱਚ ਕਰਦਿਆਂ। ਉਸ ਵਕਤ, ਉਸ ਪਲ ਜਦੋਂ ਵੈਰੀ ਆਪ ਦੇ ਮਨ ਅਤੇ ਦਿਲ ਦੀ ਸ਼ਾਂਤੀ ਉੱਤੇ ਧਾਵਾ ਬੋਲਦਾ ਹੈ ਅਤੇ ਉਹ ਉਹਨਾਂ ਨੂੰ ਸ਼ੱਕ
ਪਾਉਂਦਾ ਹੈ, ਕੋਲ ਆਉਂਦਾ ਹੈ ਅਤੇ ਉਹਨਾਂ ਸਾਰੀਆਂ ਚਿੰਤਾਵਾਂ ਨੂੰ ਅਤੇ ਉਹ ਇਹਨਾਂ ਸਾਰੀਆਂ ਨੂੰ ਬਸ ਤੁਹਾਡੇ ਉੱਤੇ ਲਿਆ ਸਿੱਟਦਾ ਹੈ। ਤਦ ਆਪ ਜਿਸ ਤਰ੍ਹਾਂ ਪ੍ਰਭੂ ਯਿਸੂ ਜੀ ਨੇ ਕੀਤਾ, ਤੁਸੀਂ ਵੀ ਕਰ ਸਕਦੇ ਹੋ। ਇਹ ਵਚਨ ਨੂੰ ਦੁਹਰਾਓ ਅਤੇ ਉਸ ਵਚਨ ਦਾ ਇਸਤੇਮਾਲ ਸ਼ੈਤਾਨ ਨੂੰ ਅਤੇ ਆਪ ਦੇ ਜੀਵਨ ਵਿੱਚ ਉਸ ਦੇ ਦੁਆਰਾ ਕੀਤੇ ਜਾਣ ਵਾਲੇ ਹਮਲੇ ਨੂੰ ਹਰਾਉਣ ਦੇ ਲਈ ਕਰੋ। ਆਪ ਆਖਦੇ ਹੋ, ਪਾਸਵਾਨ ਜਰਮੀਆ, ਮੈਂ ਨਹੀਂ ਜਾਣਦਾ ਆਪ ਇਹ ਸਭ ਕੀ ਆਖ ਰਹੇ ਹੋ। ਮੈਨੂੰ ਤਾਂ ਕੋਈ ਮੁਸੀਬਤ ਨਹੀਂ ਹੈ। ਮੈਂ ਨਹੀਂ ਜਾਣਦਾ ਇਹ ਸਭ ਕੁਝ ਕਿਸ ਦੇ ਬਾਰੇ ਹੈ। ਜੀ ਹਾਂ, ਮੈਂ ਆਪ ਨੂੰ ਬਸ ਇਹ ਮਸ਼ਵਰਾ ਦੇਣਾ ਚਾਹੁੰਦਾ ਹਾਂ। ਅੱਗੇ ਵਧੋ, ਨੇਚਾ ਦੇ ਨਾਲ ਇਸ ਨੂੰ ਲੈ ਲਵੋ। ਬਾਈਬਲ ਬਾਣੀ ਦੇ ਵਚਨ ਨੂੰ ਮੂੰਹ ਜ਼ਬਾਨੀ ਯਾਦ ਕਰੋ ਅਤੇ ਇਸ ਉੱਤੇ ਧਿਆਨ ਕਰੋ। ਆਪ ਨੂੰ ਇਸ ਦੀ ਜ਼ਰੂਰਤ ਹੋਣ ਜਾ ਰਹੀ ਹੈ। ਇਸ ਤੋਂ ਬਗੈਰ ਕੋਈ ਵੀ ਇੱਧਰ ਉੱਧਰ ਇਸ ਨੂੰ ਪ੍ਰਾਪਤ ਨਹੀਂ ਕਰ ਸਕਦਾ, ਬਿਲਕੁਲ ਨਹੀਂ। ਇਸ ਤਰ੍ਹਾਂ ਆਪ ਨੂੰ ਆਪਣੇ ਦਿਲ ਪਰਮੇਸ਼ਰ ਦੇ ਵਚਨ ਨਾਲ ਭਰਨ ਦੀ ਜ਼ਰੂਰਤ ਹੈ। ਆਪ ਵਿੱਚੋਂ ਕੁਝ ਕੋਲ ਟੇਪਾਂ ਹਨ ਜੋ ਆਪ ਸੁਣਦੇ ਹੋ। ਆਪ ਪਰਮੇਸ਼ਰ ਦੀ ਬਾਣੀ ਨੂੰ ਸੁਣ ਰਹੇ ਹੋ। ਆਪਣੇ ਜੀਵਨ ਨੂੰ ਪਰਮੇਸ਼ਰ ਦੀ ਬਾਣੀ ਨਾਲ ਭਰਪੂਰ ਕਰੋ, ਕਿਉਂ ਜੋ ਪਰਮੇਸ਼ਰ ਦੀ ਸ਼ਾਂਤੀ ਆਪ ਦੇ ਦਿਲ ਦੇ ਅੰਦਰ ਕਾਰਜਸ਼ੀਲ ਹੋ ਰਹੇ। ਪਰਮੇਸ਼ਰ ਦੇ ਵਚਨਾਂ ਦਾ ਪ੍ਰਤੱਖ ਨਤੀਜਾ ਹੈ। ਹਾਹਾ ਭਾਗ ਆਪਣੇ ਜੀਵਨ ਦਾ ਮਾਪ ਸ਼ਾਂਤੀ ਦੇ ਪੈਮਾਨੇ ਨਾਲ ਕਰੋ। ਇੱਕ ਆਖਰੀ ਵਿਚਾਰ ਇਹ ਹੈ ਅਤੇ ਮੈਂ ਇਸ ਨੂੰ ਆਪ ਵਿੱਚੋਂ ਉਹਨਾਂ ਲਈ ਰੱਖਾਂਗਾ ਜੋ ਇਸ ਦੇ ਨਾਲ ਜੱਦੋ ਜਹਿਦ ਕਰ ਰਹੇ ਹਨ। ਜੋ ਕੁਝ ਪਰਮੇਸ਼ਰ ਚਾਹੁੰਦਾ ਹੈ ਕਿ ਆਪ ਕਰੋ, ਆਪ ਸ਼ਾਂਤੀ ਦੇ ਵਚਨ ਉੱਤੇ ਧਿਆਨ ਕਰੋ ਅਤੇ ਇਸ ਨੂੰ ਮੂੰਹ ਜ਼ਬਾਨੀ ਯਾਦ ਕਰੋ ਅਤੇ ਫਿਰ ਆਪ ਆਪਣੇ ਜੀਵਨ ਦਾ ਮਾਪ ਸ਼ਾਂਤੀ ਦੇ ਪੈਮਾਨੇ ਨਾਲ ਕਰੋ। ਕੁਲਸੀਆਂ ਦੀ ਪੱਤਰੀ 3 ਅਧਿਆਇ ਉਸ ਦੀ 15 ਐਤ ਦੇ ਵਚਨ ਇਸ ਤਰ੍ਹਾਂ ਆਖਦੇ ਹਨ, ਪਰਮੇਸ਼ਰ ਦੀ ਸ਼ਾਂਤੀ ਨੂੰ ਤੁਹਾਡੇ ਦਿਲਾਂ ਦੇ ਅੰਦਰ ਰਾਜ ਕਰਨ ਦਿਓ। ਇਹ ਸ਼ਬਦ ਰਾਜ ਇਹੋ ਜਿਹਾ ਸ਼ਬਦ ਹੈ ਜਿਸ ਨੂੰ ਕੁਝ ਆਧੁਨਿਕ ਅਨੁਵਾਦਾਂ ਵਿੱਚ ਬਲਕਿ ਸ਼ਬਦ ਦੇ ਦੁਆਰਾ ਅਨੁਵਾਦ ਕੀਤਾ ਗਿਆ ਹੈ। ਪਰਮੇਸ਼ਰ ਦੀ ਸ਼ਾਂਤੀ ਤੁਹਾਡੇ ਦਿਲਾਂ ਦੇ ਅੰਦਰ ਖਲਾਇਕ ਦਾ ਕੰਮ ਕਰੇ। ਇਸ ਨੂੰ ਆਪਣੇ ਦਿਲ ਦੇ ਅੰਦਰ ਫੈਸਲਾ ਕਰਨ ਦਿਓ। ਇੱਕ ਲੜਕੇ ਵਜੋਂ ਜਦੋਂ ਮੈਨੂੰ ਯਾਦ ਹੈ, ਜਦੋਂ ਮੈਂ ਵੱਧ ਰਿਹਾ ਸੀ ਅਤੇ ਜਦੋਂ ਸਾਡੇ ਪਰਿਵਾਰ ਨੇ ਕੁਝ ਖਾਸ ਮੁੱਖ ਫੈਸਲਾ ਕੀਤੇ ਸਨ, ਉਹਨਾਂ ਵਿੱਚੋਂ ਇੱਕ ਜੋ ਮੈਨੂੰ ਯਾਦ ਹੈ ਉਦੋਂ ਸੀ ਜਦੋਂ ਮੇਰੇ ਪਿਤਾ ਜੀ ਨੇ ਸੇਵਾ ਛੱਡੀ ਸੀ ਤਾਂ ਕਿ ਉਹ ਇੱਕ ਬਾਈਬਲ ਕਾਲਜ ਦਾ ਪ੍ਰਧਾਨ ਬਣੇ। ਇਹ ਜੀਵਨ ਸ਼ੈਲੀ ਵਿੱਚ ਇੱਕ ਸਮੁੱਚੀ ਤਬਦੀਲੀ ਸੀ ਅਤੇ ਨਿਰਦੇਸ਼ਨ ਦੇ ਵਿੱਚ ਸੀ ਕਿ ਇੱਕ ਸਮੁੱਚੀ ਤਬਦੀਲੀ। ਉਸ ਦੇ ਲਈ ਇਹ ਇੱਕੋ ਹੀ ਇੱਕ ਜਿਹੀ ਜਦੋਂ ਜਹਿਦ ਸੀ ਅਤੇ ਪਰਿਵਾਰਿਕ ਤੌਰ ਤੇ ਉਸ ਲਈ ਕੁਝ ਗੱਲਬਾਤ ਕੀਤੀ। ਮੈਨੂੰ ਯਾਦ ਹੈ ਕਿ ਇੱਕ ਦਿਨ ਉਹ ਆਇਆ ਅਤੇ ਉਸ ਨੇ ਆਖਿਆ ਕਿ ਪਰਮੇਸ਼ਰ ਨੇ ਉਸ ਨੂੰ ਇਸ ਬਾਰੇ ਸ਼ਾਂਤੀ ਦਿੱਤੀ ਹੈ ਕਿ ਇਹ ਉਸ ਦੀ ਇੱਛਾ ਸੀ। ਕੀ ਆਪ ਜਾਣਦੇ ਹੋ ਕਿ ਇਹ ਕਿਸ ਤਰ੍ਹਾਂ ਹੈ? ਠੀਕ ਇਸੇ ਤਰ੍ਹਾਂ ਪਰਮੇਸ਼ਰ ਆਪ ਦੇ ਦਿਲ ਦੇ ਅੰਦਰ ਰਾਜ ਕਰਦਾ ਹੈ। ਉਹ ਆਪ ਨੂੰ ਸ਼ਾਂਤੀ ਦਿੰਦਾ ਹੈ। ਉਹ ਆਪ ਨੂੰ ਅੰਦਰੂਨੀ ਸ਼ਾਂਤੀ ਬਖਸ਼ਦਾ ਹੈ ਜੋ ਕਿ ਪਰਮੇਸ਼ਰ ਦੀ ਇੱਛਾ ਹੈ। ਉਹ ਸ਼ਾਂਤੀ ਉਸ ਦੇ ਆਪ ਲਈ ਨਿਰਦੇਸ਼ਨ ਹੈ। ਆਪ ਦੀ ਆਤਮਾ ਦੇ ਅੰਦਰ ਉਸ ਦਾ ਰਾਜ। ਜਦੋਂ ਮੈਨੂੰ ਇੱਕ ਹੋਰ ਮੌਕੇ ਦਾ ਬਾਰੇ ਗੌਰ ਕਰਨ ਲਈ ਆਖਿਆ ਗਿਆ ਸੀ ਜੋ ਕਿ ਮੈਨੂੰ ਪਾਸਵਾਨ ਦੀ ਸੇਵਾ ਤੋਂ ਬਾਹਰ ਲਿਜਾ ਸਕਦਾ ਸੀ ਅਤੇ ਇੱਕ ਪ੍ਰਬੰਧ ਦੀ ਅਧਿਕਾਰੀ ਵਿੱਚ ਹੋਰ ਜ਼ਿਆਦਾ ਰੁਝਾਉਣ ਦੇ ਲਈ, ਤਦ ਮੈਂ ਬਹੁਤ ਭਰਮਾਇਆ ਗਿਆ ਸੀ ਕਿਉਂਕਿ ਇਹ ਇੱਕ ਬਹੁਤ ਹੀ ਸ਼ਾਨੋ ਸ਼ੌਕਤ ਵਾਲਾ ਮੌਕਾ ਸੀ ਅਤੇ ਮੈਨੂੰ ਇਹ ਕਿਸੇ ਇਹੋ ਜਿਹੀ ਚੀਜ਼ ਦੇ ਤਰ੍ਹਾਂ ਜਾਪਦਾ ਸੀ ਜੋ ਕਿ ਸੱਚਮੁੱਚ ਉਤੇਜਿਤ ਕਰਨ ਵਾਲਾ ਸੀ। ਮੈਂ ਇਸ ਬਾਰੇ ਅੰਦਰੂਨੀ ਤੌਰ ਤੇ ਪੂਰੀ ਤਰ੍ਹਾਂ ਬਿਖਰ ਚੁੱਕਾ ਸੀ ਕਿ ਇਸ ਬਾਰੇ ਕੀ ਕੀਤਾ ਜਾਵੇ। ਮੈਂ ਅਤੇ ਮੇਰੀ ਪਤਨੀ ਨੇ ਇਸ ਬਾਰੇ ਬਾਰ-ਬਾਰ ਗੱਲਬਾਤ ਕੀਤੀ। ਮੈਨੂੰ ਯਾਦ ਹੈ ਕਿ ਇੱਕ ਦਿਨ ਮੈਂ ਉਸ ਨੂੰ ਆਖਿਆ ਕਿ ਤੂੰ ਜਾਣਦੀ ਹੈ ਕਿ ਮੈਂ ਕੀ ਕਰਨ ਜਾ ਰਿਹਾ ਹਾਂ ਤੇ ਮੈਂ ਹੋਰ ਰੋਜ਼ ਇਸ ਹਫ਼ਤੇ ਇਸੇ ਸਮੇਂ ਇਸੇ ਤਰ੍ਹਾਂ ਉੱਠਣ ਜਾ ਰਿਹਾ ਹਾਂ ਜਿਵੇਂ ਕਿ ਮੈਂ ਉਸ ਅਹੁਦੇ ਉੱਤੇ ਹੋਵਾਂ। ਮੈਂ ਬਸ ਆਪਣੇ ਮਨ ਦੇ ਵਿੱਚ ਇਸ ਨੂੰ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਅਤੇ ਮੈਂ ਹਰ ਰੋਜ਼ ਇਸੇ ਤਰ੍ਹਾਂ ਜਿਉਣ ਜੀ ਰਹਾ ਹਾਂ ਅਤੇ ਸੋਚਣ ਜਾ ਰਿਹਾ ਹਾਂ ਕਿ ਇਸ ਹਫ਼ਤੇ ਹਰੇਕ ਦਿਨ ਮੈਂ ਉਸੇ ਅਹੁਦੇ ਉੱਤੇ ਰਹਾਂ। ਇਸ ਹਫ਼ਤੇ ਦਾ ਅੰਤ ਵਿੱਚ ਮੇਰੀ ਹਾਲਤ ਬਹੁਤ ਤਰਸਯੋਗ ਸੀ। ਬਸ ਇਸੇ ਵਿਚਾਰ ਦੁਆਰਾ ਜੋ ਕੁਝ ਇਸ ਦੇ ਵਿੱਚ ਜੁੜਿਆ ਹੋਇਆ ਸੀ। ਮੈਂ ਉਹ ਸਭ ਜੋ ਕਰ ਰਿਹਾ ਹਾਂ, ਜੋ ਕੁਝ ਮੈਨੂੰ ਕਰਨਾ ਚਾਹੀਦਾ ਹੈ, ਜੋ ਕੁਝ ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਰ ਨੇ ਮੈਨੂੰ ਕਰਨ ਲਈ ਬੁਲਾਇਆ ਹੈ। ਪਰਮੇਸ਼ਰ ਨੇ ਮੈਨੂੰ ਇਸ ਸਭ ਦੇ ਬਾਰੇ ਕੋਈ ਸ਼ਾਂਤੀ ਨਹੀਂ ਸੀ ਬਖਸ਼ੀ। ਉਸ ਹਫ਼ਤੇ ਦੇ ਅੰਤ ਵਿੱਚ ਮੈਂ ਜਾਣ ਲਿਆ ਕਿ ਮੇਰੇ ਲਈ ਇਹ ਪਰਮੇਸ਼ਰ ਦੀ ਇੱਛਾ ਨਹੀਂ ਹੈ। ਮੈਂ ਧਿਆਨ ਕੀਤਾ ਅਤੇ ਮੈਂ ਪੜ੍ਹਿਆ ਅਤੇ ਮੈਂ ਪ੍ਰਾਰਥਨਾ ਕੀਤੀ ਅਤੇ ਹਫ਼ਤੇ ਦੇ ਅੰਤ ਵਿੱਚ ਪਰਮੇਸ਼ਰ ਨੇ ਬਹੁਤ ਸਪਸ਼ਟ ਤਰੀਕੇ ਦੇ ਨਾਲ ਮੈਨੂੰ ਇਹ ਦੱਸ ਦਿੱਤਾ ਸੀ ਕਿ ਉਹ ਦਿਸ਼ਾ ਨਹੀਂ ਜਿਸ ਵਿੱਚ ਮੈਨੂੰ ਜਾਣਾ ਚਾਹੀਦਾ ਹੈ। ਪਰਮੇਸ਼ਰ ਦੀ ਸ਼ਾਂਤੀ ਜੋ ਕਿ ਸਾਡੇ ਦਿਲਾਂ ਦੇ ਅੰਦਰ ਰਾਜ ਕਰਦੀ, ਉਹ ਉਸ ਯੁੱਗ ਦੇ ਲਈ ਸਾਡੇ ਅੰਦਰ ਉਪਲਬਧ ਹੈ। ਹੁਣ ਮੈਂ ਸ਼ਾਂਤ ਪਰੇਸ਼ਾਨੀ ਦੇ ਬਾਰੇ ਗੱਲ ਨਹੀਂ ਕਰਨ ਜਾ ਰਿਹਾ। ਸ਼ਾਂਤ ਪਰੇਸ਼ਾਨੀ ਸ਼ਾਂਤੀ ਨਹੀਂ ਹੁੰਦੀ, ਇਹ ਤਾਂ ਸਿਰਫ ਗਵਾਹੀ ਗਈ ਚਿੰਤਾ ਹੁੰਦੀ ਹੈ। ਅਕਸਰ ਅਸੀਂ ਸੋਚਦੇ ਹਾਂ ਕਿ ਅਸੀਂ ਭਰੋਸਾ ਕਰ ਰਹੇ ਹਾਂ ਜਦੋਂ ਕਿ ਅਸੀਂ ਆਪਣੇ ਡਰ ਨੂੰ ਬਸ ਆਪਣੇ ਕਾਬੂ ਵਿੱਚ ਕਰ ਰਹੇ ਹੁੰਦੇ ਹਾਂ। ਸੱਚੀ ਨੇਚਾ ਇੱਕ ਸ਼ਾਂਤ ਬਾਹਰੀ ਦਿਖਾਵੀ ਨਹੀਂ ਬਲਕਿ ਇੱਕ ਸ਼ਾਂਤ ਮਨ ਵੀ ਸਾਡੇ ਲਈ ਇਸ ਨੂੰ ਸੰਭਵ ਬਣਾਉਂਦੀ ਹੈ ਕਿ ਅਸੀਂ ਮੁਸੀਬਤ ਦੇ ਦੌਰਾਨ
ਸੋ ਸਕੀਏ। ਇਹ ਸਾਡੇ ਲਈ ਸੰਭਵ ਬਣਾਉਂਦੀ ਹੈ ਕਿ ਅਸੀਂ ਆਪਣੇ ਸਿਰ ਨੂੰ ਟਿਕਾ ਸਕੀਏ, ਜਦੋਂ ਕਿ ਅਸੀਂ ਇਹ ਨਹੀਂ ਜਾਣਦੇ ਹੁੰਦੇ ਕਿ ਮੁੱਖ ਕੰਮ ਦੇ ਵਿੱਚ ਕੀ ਕੁਝ ਬਰਪਣ ਹੋਣ ਜਾ ਰਿਹਾ ਹੈ, ਜੋ ਕਿ ਅਗਲੇ ਦਿਨ ਸਾਡਾ ਸਾਹਮਣਾ ਕਰਨ ਜਾ ਰਿਹਾ ਹੈ। ਇਹ ਪਰਮੇਸ਼ਰ ਦੀ ਸ਼ਾਂਤੀ ਹੈ। ਮੈਂ ਇਸ ਨੂੰ ਆਪਣੇ ਜੀਵਨ ਦੇ ਵਿੱਚ ਕਾਰਜਸ਼ੀਲ ਹੁੰਦਿਆਂ ਵੇਖ ਚੁੱਕਾ ਹਾਂ। ਮੈਂ ਦੂਸਰਿਆਂ ਦੇ ਜੀਵਨ ਵਿੱਚ ਇਸ ਨੂੰ ਕਾਰਜਸ਼ੀਲ ਦੇਖ ਚੁੱਕਾ ਹਾਂ, ਅਤੇ ਮੈਂ ਇੱਥੇ ਇਹ ਖੁਆਇਸ਼ ਕਰਦਾ ਹਾਂ ਕਿ ਆਪ ਆਪਣੀ ਜੁੱਤੀ ਤੋਂ ਬਗੈਰ ਯੁੱਧ ਵਿੱਚ ਨਾ ਜਾਓ। ਗਿਨੀ ਕੈਰਨ ਹਮਲੇ ਲਈ ਇੱਕ ਲੇਖਕ ਹੈ, ਅਤੇ ਉਹ ਅਕਸਰ ਭਗਤੀਪੂਰਨ ਵਚਨਾਂ ਨੂੰ ਲਿਖਦਾ ਹੈ। ਹੁਣੇ ਆਪਣੇ ਇੱਕ ਭਗਤੀਪੂਰਨ ਵਚਨਾਂ ਦੇ ਵਿੱਚ ਉਸਨੇ ਅੰਦਰੂਨੀ ਸ਼ਾਂਤੀ ਦੇ ਬਾਰੇ ਲਿਖਿਆ ਸੀ। ਉਸਨੇ ਉਸ ਸ਼ਾਂਤੀ ਬਾਰੇ ਗੱਲ ਕੀਤੀ ਸੀ ਜੋ ਕਿ ਪ੍ਰਭੂ ਦੇ ਕੋਲ ਉਸ ਸਮੇਂ ਸੀ ਜਦੋਂ ਉਹ ਧਰਤੀ ਉੱਤੇ ਸੀ। ਅਸਲ ਵਿੱਚ ਉਸਨੇ ਆਪਣੇ ਉਸ ਛੋਟੇ ਲੇਖ ਵਿੱਚ ਯਹੂਨਾ ਦੀ ਅੰਜੀਲ 14 ਅਧਿਆਇ ਉਸ ਦੀ 27 ਐਤ ਦੇ ਵਚਨਾਂ ਦੀ ਵਿਆਖਿਆ ਕੀਤੀ ਸੀ, ਜਿੱਥੇ ਯਿਸੂ ਜੀ ਨੇ ਇਸ ਤਰ੍ਹਾਂ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ। ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ, ਜਿਸ ਤਰ੍ਹਾਂ ਸੰਸਾਰ ਦਿੰਦਾ ਹੈ, ਮੈਂ ਉਸ ਤਰ੍ਹਾਂ ਤੁਹਾਨੂੰ ਨਹੀਂ ਦਿੰਦਾ। ਤੁਹਾਡਾ ਦਿਲ ਨਾ ਘਬਰਾਏ ਅਤੇ ਨਾ ਡਰੇ। ਉਹ ਅੱਗੇ ਇਹ ਬਿਆਨ ਕਰਦਾ ਕਿ ਪ੍ਰਭੂ ਨੇ ਆਪਣੇ ਜੀਵਨ ਦੇ ਦੌਰਾਨ ਕਿਵੇਂ ਉਸ ਸ਼ਾਂਤੀ ਦਾ ਅਨੁਭਵ ਕੀਤਾ ਸੀ। ਉਸ ਦੀਆਂ ਸਥਿਤੀਆਂ ਕੁਝ ਵੀ ਕਿਉਂ ਨਾ ਸਨ, ਇਸ ਤਰ੍ਹਾਂ ਜਾਪਦਾ ਸੀ ਕਿ ਉਸਨੇ ਹਮੇਸ਼ਾ ਹੀ ਆਪਣੇ ਆਪ ਨੂੰ ਸ਼ਾਂਤੀ ਦੇ ਵਿੱਚ ਪਾਇਆ ਸੀ। ਜਦੋਂ ਉਹ ਉਸ ਉੱਤੇ ਧਾਵਾ ਬੋਲਿਆ ਗਿਆ ਸੀ, ਆਪ ਉਸ ਨੂੰ ਕਦੇ ਵੀ ਘਬਰਾਇਆ ਹੋਇਆ ਨਹੀਂ ਦੇਖਦੇ। ਇੱਕੋ ਇੱਕ ਸਮਾਂ ਜਦੋਂ ਆਪ ਨੇ ਉਸ ਨੂੰ ਮੁੜ-ਵਾਰ ਕਰਦਿਆਂ ਵੇਖਿਆ ਸੀ, ਵਚਨ ਦੇ ਕਿਸੇ ਵੀ ਲਿਹਾਜ਼ ਨਾਲ ਉਹ ਉਦੋਂ ਸੀ ਜਦੋਂ ਕਿ ਇਹ ਕਿਸੇ ਬੁਰਾਈ ਦੇ ਵਿਰੁੱਧ ਧਰਮੀ ਗੁੱਸੇ ਵਿੱਚ ਹੋ ਕੇ ਉਸਨੇ ਕੀਤਾ ਸੀ, ਜਦੋਂ ਕਿ ਉਹ ਵਾਪਰ ਰਿਹਾ ਹੋਵੇ, ਜਦੋਂ ਕਿ ਉਹ ਆਪਣੀ ਸਲੀਬ ਉੱਤੇ ਜਾਣ ਦੀ ਇੰਤਜ਼ਾਰ ਕਰ ਰਿਹਾ ਹੋਵੇ, ਤਦ ਵੀ ਉਸ ਦੇ ਜੀਵਨ ਦੇ ਵਿੱਚ ਸ਼ਾਂਤ ਨਿਰਦੇਸ਼ਨ ਦੀ ਭਾਵਨਾ ਮੌਜੂਦ ਜਾਪਦੀ ਸੀ। ਫਿਰ ਕਰਸਨ ਉਸੇ ਬਾਰੇ ਗੱਲ ਕਰਦਾ ਹੈ ਜੋ ਉਦੋਂ ਵਰਪਿਆ ਸੀ ਜਦੋਂ ਪ੍ਰਭੂ ਨੇ ਉਹਨਾਂ ਨੂੰ ਛੱਡ ਦਿੱਤਾ, ਅਤੇ ਫਿਰ ਚੇਲਿਆਂ ਦੇ ਨਾਲ ਕੀ ਵਰਪਿਆ ਸੀ। ਉਹਨਾਂ ਦੇ ਕੋਲ ਉਹ ਸ਼ਾਂਤੀ ਪਾਈ ਜਾਂਦੀ ਸੀ ਜੋ ਯਿਸੂ ਮਸੀਹ ਕੋਲ ਸੀ। ਉਸਨੇ ਆਖਿਆ ਸੀ, ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ। ਫਿਰ ਉਸਨੇ ਉਹਨਾਂ ਨੂੰ ਛੱਡ ਦਿੱਤਾ ਅਤੇ ਉਹ ਉਹਨਾਂ ਨੂੰ ਆਪਣੀ ਸ਼ਾਂਤੀ ਨੂੰ ਉਹਨਾਂ ਦੇ ਨਾਲ ਛੱਡ ਦਿੱਤਾ ਸੀ। ਕਰਸਨ ਨੇ ਇਹ ਅਸਲੀਅਤ ਦਾ ਬਿਆਨ ਕੀਤਾ ਸੀ ਜਦੋਂ ਉਸਨੇ ਆਖਿਆ ਸੀ, ਇਸ ਸਭ ਦੇ ਬਾਵਜੂਦ ਚੇਲਿਆਂ ਨੇ ਫਿਰ ਵੀ ਇੱਕ ਵਿਰੋਧ ਮਹਿਮਾਮਈ ਸ਼ਾਂਤੀ ਨੂੰ ਭਾਵਨਾ ਵਿੱਚ ਅਨੁਭਵ ਕੀਤਾ ਸੀ। ਉਹਨਾਂ ਵਿੱਚੋਂ ਇੱਕ ਨੇ ਪ੍ਰਭੂ ਦਾ ਇਨਕਾਰ ਕੀਤਾ ਸੀ, ਇੱਕ ਨੇ ਉਸ ਨੂੰ ਫੜਾਇਆ ਸੀ ਜਦੋਂ ਕਿ ਯਿਸੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਅਤੇ ਉਹ ਸਾਰੇ ਉਸ ਨੂੰ ਡਰ ਦੇ ਮਾਰੇ ਛੱਡ ਗਏ ਸਨ। ਹਾਲਾਤਾਂ ਨੇ ਅਸਥਾਈ ਤੌਰ ਤੇ ਯਿਸੂ ਦੀ ਸ਼ਾਂਤੀ ਨੂੰ ਉਹਨਾਂ ਦੇ ਦਿਲਾਂ ਤੋਂ ਹਟਾ ਦਿੱਤਾ ਸੀ, ਪਰ ਇਕਰਾਰ ਨੇ ਵਿਸ਼ਰਾਮ ਅਤੇ ਵਾਪਸ ਆਉਣ ਦਾ ਸਹਾਰਾ ਤਿਆਰ ਕੀਤਾ ਸੀ। ਉਸ ਨੇ ਆਖਿਆ ਸੀ, ਠੀਕ ਜਿਸ ਤਰ੍ਹਾਂ ਅਸੀਂ ਕਰਦੇ ਹਾਂ। ਚੇਲਿਆਂ ਨੇ ਸ਼ਾਂਤੀ ਦਾ ਅਨੁਭਵ ਕੀਤਾ ਸੀ, ਜੋ ਕਿ ਉਹਨਾਂ ਦੇ ਲਈ ਉਹਨਾਂ ਦੀ ਉੱਨਤੀ ਦਾ ਇੱਕ ਕਾਰਨ ਸੀ। ਅਸੀਂ ਦੇਖਦੇ ਹਾਂ ਕਿ ਰਸੂਲਾਂ ਦੇ ਕਰਤੱਵ ਦੀ ਪੁਸਤਕ ਵਿੱਚ ਇਸੇ ਤਰ੍ਹਾਂ ਪ੍ਰਗਤੀ ਹੋਈ, ਜਿੱਥੇ ਕਿ ਚੇਲੇ ਸਭ ਤੋਂ ਪਹਿਲਾਂ ਘਬਰਾਏ ਹੋਏ ਡਰਪੋਕ ਦੀ ਤਰ੍ਹਾਂ ਨਜ਼ਰ ਆਉਂਦੇ ਸਨ, ਪਰ ਫਿਰ ਬਾਅਦ ਵਿੱਚ ਨਿਤੜਕ ਮਨੁੱਖਾਂ ਦੀ ਤਰ੍ਹਾਂ ਜੋ ਕਿ ਸਥਿਰ ਹੋ ਕੇ ਆਪਣੇ ਪ੍ਰਭੂ ਲਈ ਖੜੇ ਹੋਏ ਸਨ, ਜੋ ਕਿ ਜ਼ਰੂਰਤਾਂ ਦੇ ਦੁਆਰਾ ਪੈਪਿਤ ਨਹੀਂ ਸੀ ਕੀਤੇ ਗਏ, ਜੋ ਜਾਣਦੇ ਸਨ ਕਿ ਉਹਨਾਂ ਦੀ ਬੁਲਾਹਟ ਕੀ ਸੀ ਅਤੇ ਉਹ ਉਹਨਾਂ ਦੇ ਪ੍ਰਤੀ ਵਫਾਦਾਰ ਸਨ। ਫਿਰ ਉਸਨੇ ਇਹ ਵਿਖਿਆਨ ਕੀਤਾ ਸੀ, ਅਸੀਂ ਉਸੇ ਦੇ ਅਨੁਪਾਤ ਵਿੱਚ ਸ਼ਾਂਤੀ ਦਾ ਅਨੁਭਵ ਕਰਦੇ ਹਾਂ ਜੋ ਸਥਾਨ ਅਸੀਂ ਪਵਿੱਤਰ ਆਤਮਾ ਨੂੰ ਦਿੰਦੇ ਹਾਂ। ਦੂਸਰੇ ਸ਼ਬਦਾਂ ਵਿੱਚ, ਜਿਉਂ-ਜਿਉਂ ਅਸੀਂ ਆਪਣੇ ਆਪ ਨੂੰ ਜ਼ਿਆਦਾ ਤੋਂ ਜ਼ਿਆਦਾ ਪਰਮੇਸ਼ਰ ਦੇ ਆਤਮਾ ਦੇ ਨਿਯੰਤਰਣ ਦੇ ਸਪੁਰਦ ਕਰਨਾ ਸਿੱਖਦੇ ਹਾਂ, ਅਸੀਂ ਇਹ ਸਿੱਖਦੇ ਹਾਂ ਕਿ ਸ਼ਾਂਤੀ ਵਿੱਚ ਜਿਉਣ ਦਾ ਅਰਥ ਕੀ ਹੁੰਦਾ ਹੈ। ਮੈਂ ਉਹਨਾਂ ਪਲਾਂ ਨੂੰ ਹਾਸਲ ਕਰ ਚੁੱਕਾ ਹਾਂ। ਮੈਂ ਆਪ ਨੂੰ ਇਹ ਨਹੀਂ ਦੱਸ ਸਕਦਾ ਕਿ ਮੈਂ ਇਸ ਨੂੰ ਇੱਕ ਸੰਪੂਰਨ ਜੀਵਨ ਸ਼ੈਲੀ ਵਜੋਂ ਸੰਪੂਰਨ ਤੌਰ ਤੇ ਇਸ ਦਾ ਅਭਿਆਸ ਕਰਨ ਦੇ ਯੋਗ ਹਾਂ। ਮੈਂ ਤਾਂ ਚੇਲਿਆਂ ਦੀ ਤਰ੍ਹਾਂ ਹੀ ਹਾਂ। ਮੇਰੇ ਆਪਣੇ ਹੀ ਚਿੰਤਾ ਦੇ ਪਲ ਹਨ, ਮੇਰੇ ਆਪਣੇ ਹੀ ਸਮੇਂ ਹਨ ਜਦੋਂ ਮੈਂ ਆਪਣੇ ਹੀ ਪੁਰਾਣੇ ਤਰੀਕਿਆਂ ਦੇ ਨਾਲ ਜਾਣਨਾ ਅਤੇ ਸੋਚਣ ਵਿੱਚ ਵਾਪਸ ਪੈ ਜਾਂਦਾ ਹਾਂ, ਅਤੇ ਇਹ ਮੇਰੇ ਆਪਣੇ ਹੀ ਵੱਸ ਵਿੱਚ ਹੈ ਕਿ ਮੈਂ ਸਥਿਤੀਆਂ ਨੂੰ ਕਾਬੂ ਵਿੱਚ ਕਰਾਂ। ਮੁਸੀਬਤ ਦੇ ਦੌਰਾਨ ਉਥਲ-ਪੁਥਲ ਦੇ ਵਿਚਕਾਰ ਮੈਂ ਕਾਫੀ ਇਹੋ ਜਿਹੇ ਪਲਾਂ ਨੂੰ ਪਾਇਆ ਹੈ ਜਦੋਂ ਮੈਂ ਇਹ ਜਾਣਿਆ ਹੈ ਕਿ ਪਰਮੇਸ਼ਰ ਉਸ ਸਭ ਦੇ ਉੱਤੇ ਨਿਯੰਤਰਣ ਕਰ ਰਿਹਾ ਸੀ, ਤਾਂ ਕਿ ਮੈਂ ਆਪ ਨੂੰ ਦੱਸ ਸਕਦਾ ਹਾਂ ਇਮਾਨਦਾਰੀ ਦੇ ਨਾਲ। ਆਪ ਨੂੰ ਅੱਜ ਇਹ ਆਖ ਸਕਦਾ ਹਾਂ ਜਦੋਂ ਕਿ ਅਸੀਂ ਇਸ ਸੰਦੇਸ਼ ਨੂੰ ਸਮਾਪਤ ਕਰਨ ਜਾ ਰਹੇ ਹਾਂ, ਮੈਂ ਕਦੇ ਵੀ ਮੇਰੇ ਬਿਨਾਂ ਜੁੱਤੀ ਨੂੰ ਪਹਿਨਿਆਂ ਦੁਬਾਰਾ ਯੁੱਧ ਵਿੱਚ ਜਾਣ ਦੀ ਖੁਆਇਸ਼ ਨਹੀਂ ਰੱਖਦਾ। ਇਹ ਤਾਂ ਖਤਰਨਾਕ ਹੈ। ਆਪ ਦੇ ਪੈਰ ਖੂਨ ਵਿੱਚ ਲੱਥ-ਪੱਥ ਹੋ ਜਾਂਦੇ ਹਨ। ਇਸ ਤਰ੍ਹਾਂ ਚੱਲਣਾ ਕਠਿਨ ਹੈ, ਪਰ ਸ਼ਾਂਤੀ ਦੇ ਨਾਲ ਜੋ ਕਿ ਸਾਰੀ ਸਮਝ ਤੋਂ ਪਰੇ ਹੈ, ਇੱਕ ਵਾਰ ਫਿਰ ਅਸੀਂ ਯਿਸੂ ਮਸੀਹ ਵਿੱਚ ਹੋ ਕੇ ਫਤਿਹਮੰਦ ਹੋ ਸਕਦੇ ਹਾਂ। ਆਮੀਨ। ਦਰਸ਼ਕੋ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਜੁੜੇ ਰਹੇ। ਅਸੀਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਵੇਖਣ ਦੇ ਲਈ ਆਪਣਾ ਕੀਮਤੀ ਸਮਾਂ ਕੱਢਿਆ। ਦੋਸਤੋ, ਅਸੀਂ ਪਰਮੇਸ਼ਵਰ ਦੇ ਦਾਸ ਡਾਕਟਰ ਡੇਵਿਡ ਜਰਮਾਇਆ ਤੋਂ ਆਤਮਿਕ ਯੁੱਧ ਬਾਰੇ ਸਿੱਖ ਰਹੇ ਸੀ।
ਅੱਜ ਅਸੀਂ ਉਹਨਾਂ ਦੇ ਨਾਲ ਮੇਲ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਬਾਰੇ ਚਰਚਾ ਕਰ ਰਹੇ ਸੀ। ਅੱਜ ਅਸੀਂ ਸਿੱਖਿਆ ਕਿ ਜੇਕਰ ਅਸੀਂ ਖੁਸ਼ਖਬਰੀ ਦੀ ਇਸ ਜੁੱਤੀ ਨੂੰ ਹਾਸਿਲ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸ਼ਾਂਤੀ ਦੇ ਵਚਨਾਂ ਦੇ ਉੱਤੇ ਧਿਆਨ ਕਰਨ ਅਤੇ ਉਹਨਾਂ ਨੂੰ ਯਾਦ ਰੱਖਣ ਦੀ ਲੋੜ ਹੁੰਦੀ ਹੈ। ਅਸੀਂ ਸਿੱਖਿਆ ਕਿ ਜੇਕਰ ਅਸੀਂ ਜੁੱਤੀ ਨਹੀਂ ਪਹਿਨੀ ਹੋਈ ਹੈ ਤਾਂ ਅਸੀਂ ਯੁੱਧ ਦੇ ਲਈ ਅਯੋਗ ਕਰਾਰ ਦਿੱਤੇ ਜਾਂਦੇ ਹਾਂ। ਯੁੱਧ ਦੀ ਤਿਆਰੀ ਦੇ ਲਈ ਸਾਨੂੰ ਜੁੱਤੀ ਦੀ ਮੰਗ ਕਰਨੀ ਚਾਹੀਦੀ ਹੈ। ਇਸ ਦੇ ਸੰਬੰਧ ਵਿੱਚ ਕੁਝ ਜ਼ਰੂਰੀ ਹਦਾਇਤਾਂ ਇਸ ਪ੍ਰਕਾਰ ਸੀ। ਜੁੱਤੀ ਹਾਸਿਲ ਕਰਨ ਦੇ ਲਈ ਸਾਨੂੰ ਮਿਲਾਪ ਦੇ ਲੇਖਕ ਨੂੰ ਮਿਲਣ ਦੀ ਲੋੜ ਹੈ। ਸਾਡੀ ਜੁੱਤੀ ਦੀ ਮੰਗ ਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਅਸੀਂ ਸ਼ਾਂਤੀ ਅਤੇ ਮੇਲ ਮਿਲਾਪ ਦੇ ਲੇਖਕ ਦੇ ਨਾਲ ਮੁਲਾਕਾਤ ਕਰਦੇ ਹਾਂ। ਜਦੋਂ ਤੱਕ ਤੁਸੀਂ ਪ੍ਰਭੂ ਯਿਸੂ ਜੀ ਨੂੰ ਨਹੀਂ ਜਾਣਦੇ ਜੋ ਕਿ ਮਿਲਾਪ ਦਾ ਲੇਖਕ ਹੈ ਤਾਂ ਫਿਰ ਤੁਸੀਂ ਮਿਲਾਪ ਦੀ ਜੁੱਤੀ ਨੂੰ ਵੀ ਨਹੀਂ ਪਹਿਨ ਸਕਦੇ। ਉਸ ਤੋਂ ਬਾਅਦ ਅਸੀਂ ਸਿੱਖਿਆ ਕਿ ਖੁਸ਼ਖਬਰੀ ਦੀ ਜੁੱਤੀ ਪ੍ਰਾਪਤ ਕਰਨ ਦੇ ਲਈ ਸਾਨੂੰ ਸ਼ਾਂਤੀ ਦੇ ਰਾਜਕੁਮਾਰ ਦੇ ਉੱਤੇ ਧਿਆਨ ਕਰਨ ਦੀ ਲੋੜ ਹੈ ਅਤੇ ਆਪਣੇ ਜੀਵਨ ਦੇ ਵਿੱਚ ਸ਼ਾਂਤੀ ਦੇ ਆਤਮਾ ਨੂੰ ਪ੍ਰਗਟ ਕਰਨ ਦੀ ਲੋੜ ਹੈ। ਉਸ ਤੋਂ ਬਾਅਦ ਅਸੀਂ ਸ਼ਾਂਤੀ ਦੇ ਵਚਨਾਂ ਉੱਤੇ ਧਿਆਨ ਲਗਾਉਣ ਅਤੇ ਉਹਨਾਂ ਨੂੰ ਯਾਦ ਕਰਨ ਦੇ ਬਾਰੇ ਸਿੱਖਿਆ। ਇਸ ਦੇ ਨਾਲ ਹੀ ਅਸੀਂ ਇਹ ਵੀ ਵੇਖਿਆ ਕਿ ਸਾਨੂੰ ਆਪਣੇ ਜੀਵਨ ਦਾ ਮਾਪ ਸ਼ਾਂਤੀ ਦੇ ਪੈਮਾਨੇ ਦੇ ਨਾਲ ਕਰਨਾ ਚਾਹੀਦਾ ਹੈ। ਦੋਸਤੋ, ਸਾਨੂੰ ਕਦੇ ਵੀ ਬਿਨਾਂ ਜੁੱਤੀ ਪਹਿਨੇ ਯੁੱਧ ਵਿੱਚ ਨਹੀਂ ਜਾਣਾ ਚਾਹੀਦਾ। ਇਹ ਖਤਰਨਾਕ ਹੈ। ਤੁਹਾਡੇ ਪੈਰਾਂ ਤੇ ਸੱਟ ਵੱਜ ਸਕਦੀ ਹੈ, ਤੁਹਾਡੇ ਪੈਰ ਖੂਨ ਨਾਲ ਲੱਥਪੱਥ ਹੋ ਸਕਦੇ ਹਨ ਅਤੇ ਤੁਹਾਡੇ ਲਈ ਚੱਲਣਾ ਵੀ ਮੁਸ਼ਕਲ ਹੋ ਜਾਂਦਾ ਹੈ। ਸ਼ਾਂਤੀ ਦੇ ਨਾਲ, ਜੋ ਕਿ ਸਾਡੀ ਸਮਝ ਤੋਂ ਪਰੇ ਹੈ, ਅਸੀਂ ਯਿਸੂ ਮਸੀਹ ਦੇ ਵਿੱਚ ਜਿੱਤ ਪ੍ਰਾਪਤ ਕਰ ਸਕਦੇ ਹਾਂ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਵਚਨ ਦੇ ਅਨੁਸਾਰ ਬਹੁਤ ਬਰਕਤ ਦੇ। ਦੋਸਤੋ, ਹੁਣ ਸਮਾਂ ਹੈ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਸਾਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਦੇ ਹਾਂ। ਆਓ ਅਖੀਰ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ। ਸਾਡੇ ਸੱਚੇ ਜਿੰਦਾ ਪਰਮੇਸ਼ਵਰ, ਤੁਸੀਂ ਸਰਵਸ਼ਕਤੀਮਾਨ ਹੋ, ਤੁਸੀਂ ਮਹਾਨ ਹੋ ਪ੍ਰਭੂ, ਔਰ ਤੁਸੀਂ ਸੈਨਾਵਾਂ ਦੇ ਯਹੋਵਾ, ਰਾਜਿਆਂ ਦੇ ਰਾਜਾ, ਪ੍ਰਭੂਆਂ ਦੇ ਪ੍ਰਭੂ ਹੋ। ਅਸੀਂ ਤੁਹਾਡਾ ਨਾਮ ਉੱਚਾ ਚੁੱਕਦੇ ਪ੍ਰਭੂ, ਤੁਹਾਡੀ ਵਡਿਆਈ ਕਰਦੇ ਹਾਂ ਕਿ ਤੁਸੀਂ ਪਿਤਾ ਪਰਮੇਸ਼ਵਰ ਸਾਨੂੰ ਅੱਜ ਕੱਲ੍ਹ ਆਪਣੇ ਸ਼ਸਤਰਾਂ ਬਸਤਰਾਂ ਦੇ ਅਧਿਐਨ ਨੂੰ ਸਿਖਾ ਰਹੇ ਹੋ। ਪ੍ਰਭੂ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਅੱਜ ਮਿਲਾਪ ਦੀ ਜੁੱਤੀ ਬਾਰੇ ਦੱਸਿਆ। ਪਿਤਾ, ਇਸ ਜਾਣਕਾਰੀ ਦੇ ਲਈ ਅਸੀਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ, ਕਿਉਂਕਿ ਅਸੀਂ ਅੱਜ ਜਾਣ ਪਾਏ ਕਿ ਮਿਲਾਪ ਦੀ ਜੁੱਤੀ ਦਾ ਮਤਲਬ ਹੈ ਕਿ ਪਿਤਾ, ਅਸੀਂ ਤੁਹਾਡੇ ਨਾਲ ਮੁਲਾਕਾਤ ਕਰੀਏ। ਮਿਲਾਪ ਦੀ ਜੁੱਤੀ ਤੋਂ ਭਾਵ ਹੈ ਪ੍ਰਭੂ ਕਿ ਅਸੀਂ ਸ਼ਾਂਤੀ ਦੇ ਰਾਜਕੁਮਾਰ ਨੂੰ ਮਿਲੀਏ। ਜਦੋਂ ਸਾਡੇ ਜੀਵਨਾਂ ਦੇ ਵਿੱਚ ਸ਼ਾਂਤੀ ਆਉਂਦੀ ਆ, ਅਸੀਂ ਸ਼ੈਤਾਨ ਦੇ ਉੱਤੇ ਜਿੱਤ ਪਾਉਂਦੇ ਹਾਂ। ਪਿਤਾ ਪਰਮੇਸ਼ਵਰ, ਧੰਨਵਾਦ ਦਿੰਦੇ ਹਾਂ ਅੱਜ ਦੇ ਅੱਛੇ ਵਚਨ ਵਾਸਤੇ। ਇਸ ਵਚਨ ਦੇ ਅਨੁਸਾਰ ਸਾਨੂੰ ਸਾਰਿਆਂ ਨੂੰ, ਸਾਡੇ ਦਰਸ਼ਕਾਂ ਨੂੰ ਬਰਕਤ ਦਿਓ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।